ਵਾਹਿਗੁਰੂ ਵਾਹਿਗੁਰੂ ਜੀ। ਅਸੀਂ ਕਈ ਦਿਨਾਂ ਤੋਂ ਆਪਸ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਾਰ ਲਾਵਾਂ ਦੇ ਪ੍ਰਸੰਗ ਦੇ ਉੱਪਰ ਚਰਚਾ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਗੁਰੂ ਮਹਾਰਾਜ ਨੇ ਇੱਕ ਲਾਈਨ ਦੇ ਵਿੱਚ ਕਈ ਭੇਦ ਪ੍ਰਕਿਰਤੀ ਦੇ ਜੋ ਹਨ ਉਹ ਸਾਨੂੰ ਸਮਝਾਏ ਹਨ। ਪਹਿਲੀ ਲਾਈਨ ਅਸੀਂ ਪੜ੍ਹੀ, ਉਸ ਦੇ ਵਿੱਚ ਕੁਛ ਚੰਗਾ ਕੰਮ ਕਰਨ ਦੀ ਮਨ ਦੇ ਵਿੱਚ ਜਿਗਿਆਸਾ ਪੈਦਾ ਹੋਈ। ਦੂਸਰੀ ਲਾਈਨ ਦੇ ਵਿੱਚ ਬ੍ਰਹਮਾ ਦੇ ਵੇਦਾਂ ਦਾ ਜ਼ਿਕਰ ਹੋਇਆ, ਜਿਹੜਾ ਕਿ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਚੁੱਕਾ ਹਾਂ। ਵੇਦਾਂ ਦੇ ਵਿੱਚ ਜੋ ਦੁਆਪਰ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜੋ ਰਿਸ਼ੀ ਹੋਏ ਹਨ, ਉਹਨਾਂ ਨੇ ਜੋ ਆਪਣੇ ਉਸਤਾਦਾਂ ਤੋਂ, ਮੁਰਸ਼ਦ ਤੋਂ ਜਾਂ ਆਪਣੇ ਗੁਰੂਕੁਲ ਦੇ ਆਚਾਰੀਆ ਜੋ ਹੋਏ ਹਨ ਉਹਨਾਂ ਤੋਂ ਸੁਣਿਆ, ਉਸ ਨੂੰ ਦਰਜ ਕੀਤਾ। ਕਿਉਂਕਿ ਜਿਸ ਵਕਤ ਸ੍ਰਿਸ਼ਟੀ ਦੀ ਰਚਨਾ ਹੋਈ, ਬ੍ਰਹਮਾ ਨੂੰ ਇਹ ਕੰਮ ਸੌਂਪਿਆ ਗਿਆ ਕਿ ਤੂੰ ਸੰਸਾਰ ਦੀ ਉਤਪੱਤੀ ਕਰਨੀ ਹੈ। ਉਸਨੇ ਇੱਕ ਸ਼ਲੋਕ ਉਚਾਰਿਆ ਜੋ ਉਸਦੇ ਚਾਰ ਧਰਮ ਪੁੱਤਰਾਂ ਨੇ ਅੱਗੇ ਆਪਣੇ ਆਪਣੇ ਮੁਰੀਦਾਂ ਨੂੰ ਸਮਝਾਇਆ। ਉਹ ਅੱਗੇ ਤੋਂ ਅੱਗੇ ਪਰੰਪਰਾ ਚੱਲਦੀ ਆਈ, ਕਿਉਂਕਿ ਉਸ ਵਕਤ ਕੋਈ ਲਿਖਣ ਦੀ ਪ੍ਰਕਿਰਿਆ ਨਹੀਂ ਹੁੰਦੀ ਸੀ ਜਾਂ ਸਾਂਭਿਆ ਨਹੀਂ ਜਾਂਦਾ ਸੀ। ਕੁਛ ਵੀ ਵਾਕਿਆ ਹੋਣਾ ਜਾਂ ਕੋਈ ਗੱਲ ਹੋਣੀ, ਉਹ ਆਪੋ ਵੀ ਦੀ ਅੱਗੇ ਚੱਲਦੀ ਹੁੰਦੀ ਸੀ। ਔਰ ਇਹ ਇੱਕ ਐਸਾ ਮਜ਼ਮੂਨ ਹੈ ਕਿ ਜਿਸ 'ਤੇ ਅਗਰ ਜਿੰਨੀ ਮਰਜ਼ੀ ਚਾਹੀਏ ਅਸੀਂ ਗਹਿਰਾਈ ਦੇ ਵਿੱਚ ਗੱਲਬਾਤ ਕਰ ਸਕਦੇ ਹਾਂ। ਪਰ ਕਿਉਂਕਿ ਮੇਰਾ ਮੰਤਵ ਇਹ ਸਮਝਾਉਣ ਦਾ ਹੈ ਕਿ ਸਾਡੇ ਕੋਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਜੋ ਇਲਾਹੀ ਬਾਣੀ ਹੈ, ਜੋ ਸਮੇਂ ਸਮੇਂ ਦੇ ਵਿੱਚ ਜੋ ਸੰਤ ਮਹਾਂਪੁਰਸ਼ ਹੋਏ ਹਨ, ਉਹਨਾਂ ਨੂੰ ਸਿੱਧੀ ਆਕਾਸ਼ਬਾਣੀ ਰਾਹੀਂ ਉਸ ਅਕਾਲ ਪੁਰਖ ਤੋਂ ਆਉਂਦੀ ਰਹੀ ਹੈ, ਉਹ ਦਰਜ ਹਨ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਵੇਦਾਂ ਦੀ ਪਹੁੰਚ ਦੇਵਤਿਆਂ ਤੱਕ, ਇਹ ਮੈਂ ਅੱਗੇ ਗੱਲ ਹਰ ਇੱਕ ਆਡੀਓ ਦੇ ਵਿੱਚ ਕਹਿੰਦਾ ਆਇਆ ਹਾਂ। ਵੇਦਾਂ ਦਾ ਜ਼ਿਕਰ ਕੀਤਾ, ਸਾਮਵੇਦ ਦਾ ਜ਼ਿਕਰ ਕੀਤਾ ਕਿ ਉਹ ਸੰਗੀਤਮਈ, ਸੰਗੀਤ ਰਾਹੀਂ ਦੇਵਤਿਆਂ ਨੂੰ ਕਿਸ ਤਰ੍ਹਾਂ ਪ੍ਰਸੰਨ ਕੀਤਾ ਜਾ ਸਕਦਾ ਹੈ। ਲੇਕਿਨ ਸਾਡੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਸ਼ਬਦ ਹਨ ਉਹ ਸਾਰੇ ਰਾਗਾਂ 'ਤੇ ਆਧਾਰਿਤ ਹਨ। ਵੇਦਾਂ ਦੇ ਵਿੱਚ ਉਪਵੇਦ ਇੱਕ ਹੈ ਜਿਸ ਦੇ ਨਾਲ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਨੂੰ ਆਯੁਰਵੇਦ ਕਿਹਾ ਗਿਆ ਹੈ। ਮੰਤਰ ਦੇ ਨਾਲ ਦਵਾਈ ਦੇ ਪ੍ਰਭਾਵ ਨੂੰ ਵਧਾਉਣਾ। ਕੁੱਲ ਪ੍ਰਕਿਰਤੀ ਦੇ ਵਿੱਚ ਜੋ ਵੇਦਾਂ ਨੇ ਦੱਸਿਆ ਹੈ ਉਹ 125 ਪ੍ਰਕਾਰ ਦੀਆਂ ਜੜੀ ਬੂਟੀਆਂ ਹਨ, ਜਿਨ੍ਹਾਂ ਦੇ ਵੇਦਾਂ ਨੇ ਆਪਣੇ ਅਨੁਭਵ ਦੇ ਆਧਾਰ ਨਾਲ ਕਿਤੇ ਕਹਿਰੀ ਔਰ ਕਿਤੇ ਉਹਨਾਂ ਨੂੰ ਜ਼ਿਆਦਾ, ਇੱਕ ਤੋਂ ਜ਼ਿਆਦਾ ਮਿਸ਼ਰਣ ਬਣਾ ਕੇ ਰੋਗਾਂ ਦਾ ਇਲਾਜ ਕੀਤਾ। ਔਰ ਉਸ ਦੇ ਨਾਲ ਉਹਨਾਂ ਨੇ ਮੰਤਰਾਂ ਦਾ ਉਚਾਰਨ ਕੀਤਾ ਤਾਂ ਕਿ ਇਹਨਾਂ ਦੇ ਪ੍ਰਭਾਵ ਨੂੰ ਵਧਾਇਆ ਜਾ ਸਕੇ। ਇਸ ਦੇ ਬਰਾਬਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋਰਠ ਰਾਗ ਦੇ ਵਿੱਚ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਇੱਕ ਜ਼ਿਕਰ ਕਰ ਚੁੱਕਾ ਹਾਂ ਕਿ ਤੰਤਰ ਦੇ ਤੋੜ ਮਹਾਮ੍ਰਿਤੂਜੇ ਮੰਤਰ ਦੇ ਬਰਾਬਰ ਤੁਲਨਾਤਮਕ ਮੈਂ
ਵਿਆਖਿਆ ਕਰਕੇ ਦੱਸ ਚੁੱਕਾ ਹਾਂ। ਸੋਠ ਰਾਗ ਦੇ ਵਿੱਚ ਜੋ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਉਹ ਹੈ ਪਰਮੇਸ਼ਵਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਅਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਾਵਰਿਆ ਸਭਨੀ ਥਾਈ ਰਾਹੋ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਜੋ ਸ਼ਬਦ ਹੈ ਇਹ ਸਮੂਹਿਕ ਔਰ ਇਕੱਲੇ ਇਕੱਲੇ ਰੋਗ ਨੂੰ ਖਤਮ ਕਰਨ ਵਾਸਤੇ ਦਵਾਈ ਦੇ ਨਾਲ ਅਗਰ ਪੜ੍ਹਿਆ ਜਾਂਦਾ ਹੈ ਤਾਂ ਇਸ ਦਾ ਬਹੁਤ ਹੀ ਸਾਨੂੰ ਚੰਗਾ ਜੋ ਹੈ ਨਾ ਉਹ ਦਵਾਈ ਦਾ ਪ੍ਰਭਾਵ ਮਿਲਦਾ ਹੈ, ਰਿਜ਼ਲਟ ਮਿਲਦਾ ਹੈ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦਰਜ ਹੈ ਉਹ ਪਰਮਾਤਮਾ ਦੀ ਕਿਰਪਾ, ਪਰਮਾਤਮਾ ਦਾ ਆਸ਼ੀਰਵਾਦ, ਪਰਮਾਤਮਾ ਨੂੰ ਮਿਲਣ ਦੀ ਯੁਕਤੀ ਉਹਦੇ ਵਿੱਚ ਸਾਰੀ ਦਰਜ ਹੈ। ਹੈਰਾਨੀ ਹੋਏਗੀ ਜੋ ਮੈਂ ਕਹਿਣ ਜਾ ਰਿਹਾ ਹਾਂ, ਸਤਯੁਗ, ਤ੍ਰੇਤਾ ਔਰ ਦੁਆਪਰ, ਇਹ ਜੋ ਪਹਿਲੇ 3 ਯੁੱਗ ਹੋਏ ਹਨ ਇਹਨਾਂ ਦੇ ਵਿੱਚ ਤਪੱਸਵੀ ਤਪੱਸਿਆ ਕਰਦੇ ਸਨ ਔਰ ਉਹਨਾਂ ਦੀ ਵੱਧ ਤੋਂ ਵੱਧ ਉੱਚੀ ਤੋਂ ਉੱਚੀ ਜੋ ਪਦਵੀ ਹੋਈ ਹੈ ਉਹ ਰਿਸ਼ੀ ਪਦ ਤੱਕ ਪਹੁੰਚੇ ਸਨ। ਇਹਨਾਂ 3 ਯੁਗਾਂ ਦੇ ਵਿੱਚ ਪੜਤਾਲ ਕਰਕੇ ਦੇਖਿਆ ਜਾਵੇ ਤਾਂ ਕਿਸੇ ਵੀ ਮਹਾਂਪੁਰਸ਼ ਕੋਲ ਸੰਤ ਦਾ ਰੁਤਬਾ ਨਹੀਂ ਹੈ ਜਾਂ ਉਸ ਦੇ ਨਾਲ ਸੰਤ ਦੀ ਉਪਾਧੀ ਲਾ ਕੇ ਉਸ ਦੇ ਨਾਮ ਨੂੰ ਅੱਜ ਤੱਕ ਕਿਤੇ ਵੀ ਯਾਦ ਕੀਤਾ ਜਾਂ ਪੜ੍ਹਿਆ ਜਾਂ ਸੁਣਿਆ ਨਹੀਂ ਗਿਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਉਹ ਸਭ ਸੰਤ ਹੋਏ ਹਨ। ਸੰਤ ਦਾ ਮਤਲਬ ਮੈਂ ਜੋ ਇਸ ਨੂੰ ਆਪਣੇ ਸ਼ਬਦਾਂ ਨਾਲ ਸਮਝਦਾ ਹਾਂ, ਆਪਣੀ ਬੁੱਧੀ ਨਾਲ ਸਮਝਦਾ ਹਾਂ ਕਿ ਜਿਸ ਨੇ ਸੱਤ ਨੂੰ ਜਾਣ ਲਿਆ, ਸੱਤ ਦੇ ਅੰਤ ਤੱਕ ਜੋ ਪਹੁੰਚ ਗਿਆ। ਸੱਤ ਕੀ ਹੈ? ਸੱਤ ਪਰਮਾਤਮਾ ਹੈ। ਜਿਸ ਨੇ ਪਰਮਾਤਮਾ ਨੂੰ ਪਾ ਲਿਆ, ਪਰਮਾਤਮਾ ਤੱਕ ਜਿਸ ਦੀ ਪਹੁੰਚ ਹੋ ਗਈ ਉਹ ਸੰਤ ਹੈ। ਔਰ ਜਿਸ ਦਾ ਆਤਮ ਸਾਖਾਤਕਾਰ ਹੋ ਗਿਆ ਉਹ ਸੰਤ ਹੈ, ਉਹ ਪਰਮ ਸੰਤ ਹੈ, ਉਹ ਮਹਾਨ ਸੰਤ ਹੈ। ਉਸ ਤੋਂ ਬਾਅਦ ਮਹਾਂਪੁਰਸ਼ ਜੋ ਹਨ ਉਹਨਾਂ ਨੂੰ ਪਰਮਾਤਮਾ ਵੱਲੋਂ ਇਲਾਹੀ ਬਾਣੀ ਸਮੇਂ ਸਮੇਂ 'ਤੇ ਜੋ ਹੈ ਉਹ ਅਵਤਰਿਤ ਹੁੰਦੀ ਹੈ ਤਾਂ ਉਹ ਬਾਣੀ ਜੋ ਹੈ ਉਹਨਾਂ ਮਹਾਂਪੁਰਸ਼ਾਂ ਨੇ ਦਰਜ ਕਰਕੇ ਜੋ ਸਾਨੂੰ ਦਿੱਤੀ ਹੈ। ਔਰ ਇਸ ਦੇ ਵਿੱਚ ਆਇਆ ਹੈ ਕਿ ਕਲ ਯੁਗ ਕੇਵਲ ਨਾਮ ਆਧਾਰਾ, ਔਰ ਸਿਮਰ ਸਿਮਰ ਜਨ ਉਤਰਹਿ ਪਾਰਾ। ਅਗਲੀ ਲਾਈਨ ਜੋ ਸਾਡੇ ਕੋਲ ਵਿਚਾਰ ਕਰਨ ਵਾਸਤੇ ਹੈ ਉਹ ਹੈ ਧਰਮ ਦ੍ਰਿੜ੍ਹੈ, ਹਰ ਨਾਮ ਧਿਆਵੈ, ਸਿਮਰਤ ਨਾਮ ਦ੍ਰਿੜਾਇਆ। ਉਸ ਪਰਮਾਤਮਾ ਦੇ ਨਾਮ ਨੂੰ ਪਰਿਪੱਕਤਾ ਦੇ ਨਾਲ ਯਾਦ ਕੀਤਾ, ਉਹਨੂੰ ਧਿਆਇਆ, ਉਹਨੂੰ ਮਨ ਦੇ ਵਿੱਚ ਵਸਾਇਆ। ਉਸ ਨੂੰ ਧਿਆਉਣ ਦਾ ਮਤਲਬ ਇਹ ਹੈ ਕਿ ਆਪਣੀ ਯਾਦ ਦੇ ਵਿੱਚ ਉਸ ਪਰਮਾਤਮਾ ਮਾਲਕ ਦੇ ਨਾਮ ਨੂੰ ਇੰਨਾ ਵਸਾ ਲੈਣਾ ਕਿ ਹਰ ਵਕਤ ਜੋ ਹੈ ਉਸ ਦੇ ਨਾਮ ਦੀ ਅੰਦਰ ਜੋ ਹੈ ਉਹ ਆਵਾਜ਼ ਗੂੰਜਦੀ ਰਹੇ। ਤੋਂ ਬਾਅਦ ਸਤਿਗੁਰ ਗੁਰ ਪੂਰਾ ਆਰਾਧੈ, ਸਭ ਕਿਲ ਵਿਖ ਪਾਪ ਗਵਾਇਆ। ਪਹਿਲਾਂ ਸੀ ਪਾਪਾਂ ਤੋਂ ਛੁਟਕਾਰਾ ਹੋਇਆ, ਪਾਪਾਂ ਤੋਂ ਵਰਿੱਤੀ ਦਾ ਬਦਲਣਾ, ਇਹ ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ। ਇੱਥੇ ਜੋ ਹੈ ਉਹ ਗੁਰੂ ਸਾਹਿਬ ਨੇ ਕਿਹਾ, ਸਤਿਗੁਰ ਸੱਚੇ ਗੁਰੂ ਨੇ ਇਹ ਪੂਰਾ ਨੁਕਤਾ ਦਿੱਤਾ। ਗੁਰ ਮਾਨੇ ਨੁਕਤਾ, ਸਤਿਗੁਰ ਗੁਰ ਪੂਰਾ ਆਰਾਧੈ। ਉਸ ਸਤਿਗੁਰੂ ਨੇ ਸਾਨੂੰ ਪੂਰਾ ਜਿਹੜਾ ਹੈ ਨਾ ਉਹ ਨੁਕਤਾ ਦਿੱਤਾ ਵੀ ਕਿਸ ਤਰ੍ਹਾਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਸਾਰੇ ਪਾਪਾਂ ਦਾ ਨਾਸ਼ ਕਰਨਾ ਹੈ। ਜਦੋਂ ਬੰਦਾ ਬੰਧਨ ਤੋਂ ਆਜ਼ਾਦ ਹੋ ਜਾਂਦਾ ਹੈ, ਮਾਨਸਿਕ ਤੌਰ 'ਤੇ ਉਸ ਨੂੰ ਇੱਕ ਖੁਸ਼ੀ ਦਾ ਅਨੁਭਵ ਹੁੰਦਾ ਹੈ ਤਾਂ ਉਸ ਨੂੰ ਇਹ ਕਿਹਾ ਹੈ ਕਿ ਸਹਿਜ ਆਨੰਦ ਹੋਆ ਵਡਭਾਗੀ।
ਮਨ ਹਰ ਹਰ ਮੀਠਾ ਲਾਇਆ। ਔਰ ਸਵਤः ਹੀ ਇਸ ਜੀਵ ਦੇ ਅੰਦਰ ਇੱਕ ਖੁਸ਼ੀ, ਇੱਕ ਖੇੜਾ, ਇੱਕ ਪ੍ਰਸੰਨਤਾ ਦਾ ਜੋ ਹੈ ਉਹ ਵਾਤਾਵਰਨ ਬਣ ਗਿਆ, ਅਤੇ ਉਸ ਨੂੰ ਉਹ ਹਰੀ ਪਰਮਾਤਮਾ ਜਿਹੜਾ ਦੁੱਖਾਂ ਕਲੇਸ਼ਾਂ ਨੂੰ ਹਰਨ ਵਾਲਾ ਹੈ, ਉਹ ਉਸ ਨੂੰ ਮਿੱਠਾ ਲੱਗਦਾ ਹੈ। ਮਿੱਠਾ ਲੱਗਣਾ ਕਿ ਪਿਆਰਾ ਲੱਗਦਾ ਹੈ। ਉਹ ਪਰਮਾਤਮਾ ਦੀ ਯਾਦ ਦੇ ਵਿੱਚ ਇਹ ਜੀਵ ਜੋ ਹੈ ਹਰ ਵਕਤ ਗਵਾਚਿਆ ਰਹਿੰਦਾ ਹੈ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਗੁਰੂ ਨਾਨਕ ਸਾਹਿਬ ਇੱਥੇ ਇਸ ਗੱਲ ਨੂੰ ਇਸ ਤਰ੍ਹਾਂ ਕਹਿੰਦੇ ਹਨ ਕਿ ਸਾਡੇ ਅੰਦਰ ਜੋ ਉਹ ਪ੍ਰਵਿਰਤੀ ਚੰਗਾ ਕਰਮ ਦੀ ਜਿਗਿਆਸਾ ਹੋਈ ਸੀ, ਧਰਮ 'ਤੇ ਚੱਲਣਾ ਸ਼ੁਰੂ ਕੀਤਾ, ਪਾਪਾਂ ਦਾ ਨਾਸ ਹੋਇਆ, ਗੁਰਬਾਣੀ ਨੂੰ ਪੜ੍ਹਿਆ, ਉਸ ਨੂੰ ਯਾਦ ਕੀਤਾ। ਇਹ ਨਿਸ਼ਾਨੀਆਂ ਹਨ ਕਿ ਮੈਂ ਜਿਸ ਕੰਮ ਵਾਸਤੇ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਆਇਆ ਹਾਂ, ਇਸ ਆਤਮਾ ਨੂੰ ਉਸ ਪਰਮ ਤੱਤ ਪਰਮਾਤਮਾ ਦੇ ਨਾਲ ਮਿਲਾਉਣ ਦਾ ਜੋ ਕਾਰਜ ਹੈ, ਉਹ ਕਾਰਜ ਜਿਹੜਾ ਮੇਰਾ ਹੈ ਉਹ ਹੁਣ ਸ਼ੁਰੂ ਹੋ ਗਿਆ ਹੈ। ਮੇਰੀ ਜਿੰਨੀ ਕੁ ਸਮਝ ਦੇ ਵਿੱਚ ਆ ਰਿਹਾ ਹੈ, ਮੈਂ ਓਨਾ ਹੀ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ। ਆਪ ਜੀ ਨੂੰ ਚੰਗੇ ਲੱਗਦੇ ਹੋਣ ਤਾਂ ਆਪ ਜੀ ਦੇ ਮਿੱਤਰ ਪਿਆਰੇ ਜੋ ਇਸ ਲਾਈਨ ਦੇ ਉੱਪਰ ਚੱਲ ਰਹੇ ਹਨ ਜਾਂ ਆਪ ਜੀ ਦੇ ਨਾਲ ਇਹਨਾਂ ਵਿਚਾਰਾਂ ਦੀ ਸਾਂਝ ਕਰਦੇ ਹਨ, ਉਹਨਾਂ ਤੱਕ ਮੇਰੀ ਜੋ ਹੈ ਉਹ ਆਡੀਓ ਵੀਡੀਓ ਜੋ ਹੈ ਉਹਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ। ਦਾਤਾ ਭਲਾ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।